ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਹਾਈਵੇ ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਵਾਹਨ ਆਪਸ ਦੇ ਵਿੱਚ ਟਕਰਾ ਗਏ, ਇੱਕ ਦੀ ਮੌਤ ਹੋ ਗਈ ਅਤੇ 30 ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਜਿਸ ਸਮੇਂ ਹਾਦਸਾ ਵਾਪਰਿਆ ਉਸ ਤੋਂ ਬਾਅਦ ਆਵਾਜਾਈ ਦੇ ਲਈ ਇਸ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਦੱਸ ਦਈਏ ਕਿ ਹੁਣ ਮੁੜ ਤੋਂ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ। ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ ਜਿੱਥੇ ਹਾਈਵੇ ਦੇ ਉੱਪਰ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 30 ਲੋਕ ਜ਼ਖਮੀ ਦੱਸੇ ਗਏ ਨੇ ਤੇ ਇੱਕ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਹੌਪ ਨੇੜੇ ਹਾਈਵੇ ਦੇ ਉੱਪਰ ਵਾਪਰਿਆ। ਦੱਸਦੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਹੌਪ ਸ਼ਹਿਰ ਦੇ ਨਜ਼ਦੀਕ ਕੋਖਾਲਾ ਹਾਈਵੇ ਦੇ ਉੱਪਰ ਜੋ ਭਿਆਨਕ ਸੜਕ ਹਾਦਸਾ ਵਾਪਰਿਆ, ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਲੋਕ ਜ਼ਖਮੀ ਦੱਸੇ ਗਏ ਨੇ। ਇਸ ਘਟਨਾ ਦੇ ਵਿੱਚ 20 ਵਹੀਕਲ ਆਪਸ ਦੇ ਵਿੱਚ ਟਕਰਾ ਗਏ, ਜਿਸ ਤੋਂ ਬਾਅਦ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਸ ਮੌਕੇ ਤੇ RCMP ਟ੍ਰੈਫਿਕ ਸਰਵਿਸਿਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਹਾਦਸਾ ਸਵੇਰੇ 9:30 ਵਜੇ ਦੇ ਕਰੀਬ ਵਾਪਰਿਆ। ਹਾਦਸਾ ਵਾਪਰਨ ਤੋਂ ਬਾਅਦ ਇੱਥੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ, ਪਰ ਹੁਣ ਇਸ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ 13 ਐਂਬੂਲੈਂਸ ਅਤੇ 3 에ਅਰ ਐਂਬੂਲੈਂਸ ਮੌਕੇ ਦੇ ਉੱਪਰ ਪਹੁੰਚ ਗਈਆਂ। ਜ਼ਖਮੀਆਂ ਦੇ ਵਿੱਚੋਂ 3 ਦੀ ਹਾਲਤ ਨਾਜ਼ੁਕ ਦੱਸੀ ਗਈ ਹੈ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਤੁਰੰਤ ਪਹੁੰਚਾਇਆ ਗਿਆ। RCMP ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਹਾਦਸੇ ਦਾ ਕਾਰਨ ਕੀ ਹੈ, ਇਸ ਦੇ ਬਾਰੇ ਨਹੀਂ ਦੱਸਿਆ ਗਿਆ। ਪੁਲਿਸ ਵੱਲੋਂ ਇਸ ਰਸਤੇ ਆਉਣ ਵਾਲੇ ਲੋਕਾਂ ਨੂੰ ਆਪਣੇ ਪਲਾਨ ਰੱਦ ਕਰਨ ਦੇ ਲਈ ਕਿਹਾ ਗਿਆ ਸੀ, ਕਿਉਂਕਿ ਇੱਥੇ ਕੁਝ ਸਮੇਂ ਦੇ ਲਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਮੁੜ ਹੁਣ ਤੋਂ ਇੱਥੇ ਰੂਟ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਵਿੱਚ तमाम ਉਹਨਾਂ ਬਾਲੀਵੁੱਡ ਸਿਤਾਰੇ ਅਤੇ ਕ੍ਰਿਕਟਰਸ ਦਾ ਵਿਰੋਧ ਕੀਤਾ ਗਿਆ ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਨਾ ਸਪੋਰਟ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ। ਇੱਥੇ ਅਮਰੀਕਨ ਸਿੱਖ ਸੰਗਤ ਨਾਮ ਤੋਂ ਇੱਕ ਬੈਠਕ ਬੁਲਾਈ ਗਈ ਸੀ, ਜਿਸ ਦੇ ਵਿੱਚ 80 ਜਥੇਬੰਦੀਆਂ ਸ਼ਾਮਿਲ ਹੋਈਆਂ, ਵਿਚਾਰ ਵਟਾਂਦਰੇ ਕੀਤੇ ਗਏ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਦੇ ਉੱਪਰ ਫ੍ਰਿਜ਼ਨੋ ਦੇ ਮੇਅਰ ਵੀ ਪਹੁੰਚੇ, ਜਿਨ੍ਹਾਂ ਨੇ ਕਿਸਾਨਾਂ ਦੇ ਪੱਖ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਈ। ਜਿਹੜੇ ਬਾਲੀਵੁੱਡ ਦੇ ਸਿਤਾਰੇ, ਕਲਾਕਾਰ, ਖਿਡਾਰੀ ਕਿਸਾਨ ਅੰਦੋਲਨ ਦੇ ਖਿਲਾਫ ਬੋਲ ਰਹੇ ਹਨ, ਉਹਨਾਂ ਦਾ ਅਮਰੀਕਾ ਦੇ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਅਮਰੀਕਨ ਸਿੱਖ ਸੰਗਤ ਦੇ ਵੱਲੋਂ ਕੀਤਾ ਗਿਆ। ਦੱਸੀਏ ਕਿ ਭਾਰਤ ਦੇ ਵਿੱਚ ਕਿਸਾਨ ਆਪਣੇ ਹੱਕਾਂ ਦੀ ਲੜਾਈ ਦੇ ਲਈ ਸੰਘਰਸ਼ ਕਰ ਰਹੇ ਹਨ, ਪਰ ਅਜਿਹੇ ਦੇ ਵਿੱਚ ਬਾਲੀਵੁੱਡ ਸਿਤਾਰੇ ਅਤੇ ਕਈ ਖਿਡਾਰੀ ਕਿਸਾਨਾਂ ਨੂੰ ਸਪੋਰਟ ਨਾ ਕਰਦਿਆਂ ਇੱਕੋ ਤਰ੍ਹਾਂ ਦੇ ਟਵੀਟ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ਦੇ ਵਿੱਚ ਅਮਰੀਕਾ ਅੰਦਰ ਵੀ ਇਸ ਦਾ ਵਿਰੋਧ ਕੀਤਾ ਗਿਆ। ਅਮਰੀਕਾ ਦੇ ਵਿਚਲੀਆਂ ਸਿੱਖ ਜਥੇਬੰਦੀਆਂ ਨੇ, ਇੱਥੋਂ ਦੀਆਂ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਫ੍ਰਿਜ਼ਨੋ, ਕੈਲੀਫੋਰਨੀਆ ਦੇ ਵਿੱਚ ਅਮਰੀਕਨ ਸਿੱਖ ਸੰਗਤ ਦੀ ਇੱਕ ਸਭਾ ਬੁਲਾਈ ਸੀ। ਇਸ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰੇ ਅਮਰੀਕਾ ਦੇ ਵਿੱਚੋਂ ਲਗਭਗ 80 ਜਥੇਬੰਦੀਆਂ ਨੇ ਇਸ ਦੇ ਵਿੱਚ ਹਿੱਸਾ ਲਿਆ ਅਤੇ ਪ੍ਰੋਟੈਸਟ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਵੱਲੋਂ ਵਿਚਾਰ ਕੀਤੇ ਗਏ। ਦੱਸੀਏ ਕਿ ਇਸ ਮੌਕੇ ਫ੍ਰਿਜ਼ਨੋ, ਕੈਲੀਫੋਰਨੀਆ ਦੇ ਮੇਅਰ ਜੈਰੀ ਡਾਇਰ ਵਿਸ਼ੇਸ਼ ਤੌਰ ਦੇ ਉੱਪਰ ਇਸ ਵਿੱਚ ਪਹੁੰਚੇ। ਉਹਨਾਂ ਵੱਲੋਂ ਇੱਥੇ ਆਏ ਹੋਏ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਵਿਸ਼ਵ ਦੇ ਵਿੱਚ ਕਿਤੇ ਵੀ, ਚਾਹੇ ਉਹ ਭਾਰਤ ਹੋਵੇ ਜਾਂ ਫਿਰ ਅਮਰੀਕਾ, ਜੇਕਰ ਡੈਮੋਕ੍ਰੇਸੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਇਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਕਿਸਾਨਾਂ ਨੂੰ ਸਪੋਰਟ ਕਰਦਿਆਂ ਤੇ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਉਹਨਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਦੇ ਉੱਪਰ ਗੌਰ ਕਰਨਾ ਚਾਹੀਦਾ ਹੈ ਅਤੇ ਇਸ ਦਾ ਹੱਲ ਵੀ ਲੱਭਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਜਥੇਬੰਦੀਆਂ ਨੂੰ ਹਰ ਤਰੀਕੇ ਦੀ ਸਹਾਇਤਾ ਪਹੁੰਚਾਉਣ ਦੇ ਲਈ ਵੀ ਪ੍ਰਣ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰੇ ਅਤੇ ਖਿਡਾਰੀ ਵੀ ਨਿਸ਼ਾਨੇ ਦੇ ਉੱਪਰ ਆਏ, ਕਿਉਂਕਿ ਅਮਰੀਕਾ ਦੀ ਸੰਗਤ ਨੇ ਐਲਾਨ ਕੀਤਾ ਕਿ ਜਿਹੜੇ ਬਾਲੀਵੁੱਡ ਦੇ ਸਿਤਾਰੇ ਅਤੇ ਖਿਡਾਰੀਆਂ ਨੇ ਕਿਸਾਨ ਅੰਦੋਲਨ ਨੂੰ ਸਪੋਰਟ ਨਾ ਕਰਦਿਆਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਹੈ ਅਤੇ ਜਿਹੜੇ ਹੋਰ ਕਲਾਕਾਰ ਵੀ ਅਜਿਹਾ ਕਰਨਗੇ, ਉਹਨਾਂ ਦਾ ਅਮਰੀਕਾ ਦੇ ਵਿੱਚ ਹਰ ਜਗ੍ਹਾ ਬਾਈਕਾਟ ਕੀਤਾ ਜਾਵੇਗਾ। ਜੇ ਕਿਸੇ ਪ੍ਰਮੋਟਰ ਨੇ ਅਮਰੀਕਾ ਦੀ ਧਰਤੀ ਦੇ ਉੱਪਰ ਇਹਨਾਂ ਦਾ ਸਾਥ ਦਿੱਤਾ ਤੇ ਉਸ ਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ, ਜਾਣੀ ਕਿ ਉਸ ਦਾ ਵਿਰੋਧ ਕੀਤਾ ਜਾਵੇਗਾ। ਮੈਨੀਟੋਬਾ ਕੈਨੇਡਾ ਮੇਡ ਵੈਕਸੀਨ, ਜਾਣੀ ਕਿ ਕੈਨੇਡਾ ਦੇ ਵਿੱਚ ਤਿਆਰ ਹੋਣ ਵਾਲੀ ਵੈਕਸੀਨ ਨੂੰ ਖਰੀਦੇਗਾ। ਇਸ ਦੇ ਲਈ ਉਹਨਾਂ ਵੱਲੋਂ ਡੀਲ ਕੀਤੀ ਗਈ ਹੈ। ਨਾਲ ਹੀ ਇਸ ਖਬਰ ਅੰਦਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਾਣੀ ਕੀ ਹੈ ਕੈਨੇਡਾ ਦੇ ਵਿੱਚ ਕਰੋਨਾ ਦੇ ਮੌਜੂਦਾ ਹਾਲਾਤ। ਮੈਨੀਟੋਬਾ ਵੱਲੋਂ ਡੀਲ ਕੀਤੀ ਗਈ ਹੈ ਕਿ ਉਹ ਕੈਨੇਡਾ ਮੇਡ ਕਰੋਨਾ ਵੈਕਸੀਨ ਨੂੰ ਖਰੀਦਣਗੇ। ਉਹਨਾਂ ਵੱਲੋਂ 2 ਮਿਲੀਅਨ ਡੋਜ਼ਸ ਖਰੀਦਣ ਦੀ ਡੀਲ ਕੀਤੀ ਗਈ ਹੈ। ਜੇਕਰ ਕੈਨੇਡਾ ਇਸ ਟੀਕੇ ਨੂੰ ਅਪਰੂਵ ਕਰੇਗਾ ਅਤੇ ਇਸ ਸਾਲ ਦੇ ਆਖਿਰ ਤੱਕ ਡਿਲੀਵਰ ਕਰੇਗਾ ਤਾਂ ਫਿਰ ਮੈਨੀਟੋਬਾ ਵੱਲੋਂ ਇਸ ਨੂੰ ਬਾਏ ਕੀਤਾ ਜਾਵੇਗਾ।
ਦੱਸੀਏ ਕਿ ਇਸ ਵੈਕਸੀਨ ਦੇ ਹਿਊਮਨ ਟ੍ਰਾਇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਕੋਵਿਡ-19 ਦੀ ਕੈਨੇਡਾ ਦੇ ਵਿੱਚ ਅਪਡੇਟ ਦੀ ਗੱਲ ਕਰੀਏ ਤਾਂ ਓਨਟਾਰੀਓ ਅੰਦਰ 1000 ਤੋਂ ਘੱਟ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇੱਕ ਚੰਗੀ ਖਬਰ ਹੈ। ਇੱਥੇ 945 ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਨੇ। ਟੋਰਾਂਟੋ ਤੋਂ 112, ਹੀਲ ਰੀਜਨ ਤੋਂ 258 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਹਸਪਤਾਲ ਦੇ ਵਿੱਚ 883 ਦੇ ਕਰੀਬ ਕਰੋਨਾ ਮਰੀਜ਼ ਹਨ, ਜਿਹੜੇ ਕਿ ਆਪਣਾ ਇਲਾਜ ਕਰਵਾ ਰਹੇ ਨੇ, ਜਿਨ੍ਹਾਂ ਵਿੱਚੋਂ 299 ਇੰਟੈਂਸਿਵ ਕੇਅਰ ਅਧੀਨ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,82,511 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। ਕਿਬੈਕ ਤੋਂ 24 ਘੰਟੇ ਦੌਰਾਨ 1,121 ਦੇ ਕਰੀਬ ਮਾਮਲੇ ਸਾਹਮਣੇ ਆਏ ਅਤੇ 37 ਲੋਕਾਂ ਦੀ ਵਾਇਰਸ ਦੇ ਕਰਕੇ ਜਾਨ ਚਲੀ ਗਈ। ਹੁਣ ਤੱਕ ਇੱਥੇ 2,73,845 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਹੁਣ ਤੱਕ 10,149 ਲੋਕਾਂ ਦੀ ਵਾਇਰਸ ਦੇ ਕਰਕੇ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਘਟੀ ਹੈ। ਇਸ ਸਮੇਂ ਮਰੀਜ਼ ਹਸਪਤਾਲ ਦੇ ਵਿੱਚ 874 ਨੇ, ਜਿਨ੍ਹਾਂ ਵਿੱਚੋਂ 143 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਤੋਂ ਹੁਣ ਤੱਕ 8,16,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 21,060 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ। 7,57,000 ਉਹ ਮਰੀਜ਼ ਹਨ ਜਿਨ੍ਹਾਂ ਨੇ ਕੋਵਿਡ-19 ਨੂੰ ਮਾਤ ਦਿੱਤੀ ਹੈ, ਜਾਣੀ ਕਿ ਕੈਨੇਡਾ ਦੇ ਰਿਕਵਰਡ ਕੇਸ ਹਨ। ਅਲਬਰਟਾ ਵੱਲੋਂ ਫਰੰਟ ਲਾਈਨ ਵਰਕਰਸ ਦੇ ਲਈ ਐਲਾਨ ਕੀਤਾ ਗਿਆ ਹੈ। ਇਨ੍ਹਾਂ ਫਰੰਟ ਲਾਈਨ ਵਰਕਰਸ ਨੂੰ $1,200 ਦਿੱਤੇ ਜਾਣਗੇ। ਦੱਸ ਦਈਏ ਕਿ ਇਹ ਬੈਨੀਫਿਟ ਵਨ ਟਾਈਮ ਹੈ। ਜਾਣਕਾਰੀ ਦਿੱਤੀ ਗਈ ਹੈ ਪ੍ਰੀਮੀਅਰ ਵੱਲੋਂ ਕਿ ਇਹ ਕਿਹਨਾਂ ਨੂੰ ਬੈਨੀਫਿਟ ਮਿਲੇਗਾ ਅਤੇ ਕਿਸ ਤਰ੍ਹਾਂ ਇਸ ਦੇ ਲਈ ਅਪਲਾਈ ਕੀਤਾ ਜਾਵੇਗਾ। ਅਗਲੇ ਹਫ਼ਤੇ ਇਸ ਦੇ ਨਾਲ ਸੰਬੰਧਿਤ ਬਾਕੀ ਸਾਰੀ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਜਾਵੇਗੀ। ਅਲਬਰਟਾ ਦੇ ਵਿੱਚ ਫਰੰਟ ਲਾਈਨ ਵਰਕਰਸ ਦੇ ਲਈ ਖਾਸ ਐਲਾਨ ਕੀਤਾ ਗਿਆ ਹੈ। ਫੈਡਰਲ ਸਰਕਾਰ ਇਨ੍ਹਾਂ ਫਰੰਟ ਲਾਈਨ ਵਰਕਰਸ ਨੂੰ $1,200 ਦੇਵੇਗੀ। 3,80,000 ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਰਕਰਸ ਨੂੰ ਵਨ ਟਾਈਮ $1,200 ਦਿੱਤੇ ਜਾਣਗੇ, ਕਿਉਂਕਿ ਉਹਨਾਂ ਵੱਲੋਂ ਆਪਣੀ ਜਾਨ ਨੂੰ ਜ਼ੋਖਮ ਦੇ ਵਿੱਚ ਪਾ ਕੇ ਕਰੋਨਾ ਦੌਰਾਨ ਸੇਵਾਵਾਂ ਜਾਰੀ ਰੱਖੀਆਂ ਗਈਆਂ। ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਵਰਕਰ ਅਤੇ ਐਜੂਕੇਸ਼ਨ ਸਪੋਰਟ ਵਰਕਰਸ ਉਹਨਾਂ 2,40,000 ਇੰਪਲਾਈਜ਼ ਦੇ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਬੈਨੀਫਿਟ ਦਿੱਤਾ ਜਾਵੇਗਾ। ਪ੍ਰੀਮੀਅਰ ਜੇਸਨ ਕੈਨੀ ਵੱਲੋਂ ਇਸ ਦਾ ਐਲਾਨ ਕੀਤਾ ਗਿਆ। ਗ੍ਰੋਸਰੀ ਸਟੋਰਸ, ਵੇਅਰਹਾਊਸ, ਫੂਡ ਪ੍ਰੋਡਕਸ਼ਨ, ਟਰੱਕ ਡਰਾਈਵਰਸ ਜੋ ਕਿ 1 ਘੰਟੇ ਦੇ ਵਿੱਚ $25 ਤੋਂ ਘੱਟ ਕਮਾਉਂਦੇ ਹਨ, ਉਹਨਾਂ ਨੂੰ ਇਸ ਬੈਨੀਫਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ, ਜਾਣੀ ਕਿ ਉਹ ਇਸ ਪੇਮੈਂਟ ਨੂੰ ਲੈਣ ਦੇ ਐਲੀਜੀਬਲ ਹੋਣਗੇ। ਇਸ ਵਾਸਤੇ ਇੰਪਲਾਈਜ਼ ਨੂੰ ਸਰਕਾਰ ਕੋਲੋਂ ਅਪਲਾਈ ਕਰਨਾ ਪਵੇਗਾ। ਇਹ ਜ਼ਰੂਰੀ ਹੈ ਕਿ ਅਕਤੂਬਰ 12, 2020 ਤੋਂ ਜਨਵਰੀ 31, 2021 ਤੱਕ ਇੰਪਲਾਈਜ਼ ਨੇ ਘੱਟੋ-ਘੱਟ 300 ਘੰਟੇ ਕੰਮ ਕੀਤਾ ਹੋਵੇ। ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਹਫ਼ਤੇ ਇਸ ਬਾਰੇ ਹੋਰ ਅਪਡੇਟ ਸਾਂਝੀ ਕੀਤੀ ਜਾਵੇਗੀ। ਦੱਸੀਏ ਕਿ ਕੋਵਿਡ-19 ਦੇ ਕਰਕੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਸਖਤੀਆਂ ਲਗਾਈਆਂ ਗਈਆਂ। ਬਹੁਤ ਸਾਰੇ ਬਿਜ਼ਨਸ ਬੰਦ ਰੱਖੇ ਗਏ, ਜਿਨ੍ਹਾਂ ਨੂੰ ਫਾਈਨੈਂਸ਼ੀਅਲ ਲਾਸ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ। ਅਜਿਹੇ ਦੇ ਵਿੱਚ ਜਿਨ੍ਹਾਂ ਨੇ ਕਰੋਨਾ ਵਾਇਰਸ ਦੌਰਾਨ ਵੀ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਬਿਨਾਂ ਆਪਣੀ ਜਾਨ ਦੇ ਪ੍ਰਵਾਹ ਕੀਤੇ, ਉਹਨਾਂ ਨੂੰ ਹੁਣ ਇਹ ਬੈਨੀਫਿਟ ਦਿੱਤਾ ਜਾਵੇਗਾ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 3 ਪੰਜਾਬੀਆਂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਚਿੱਠੀਆਂ ਅਤੇ ਡਾਕ ਚੋਰੀ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਇਸ ਦੇ ਵਿੱਚ 4 ਜਾਣਿਆਂ ਨੂੰ ਦੋਸ਼ੀ ਪਾਇਆ ਗਿਆ, ਜਿਨ੍ਹਾਂ ਵਿੱਚੋਂ 3 ਪੰਜਾਬੀ ਸਨ, ਜਿਨ੍ਹਾਂ ਨੂੰ ਤੁਸੀਂ ਗਹਿਣਿਆਂ ਦੀ, ਗੱਡੀਆਂ ਦੀ ਜਾਂ ਫਿਰ ਹੋਰ ਕਈ ਤਰ੍ਹਾਂ ਦੀ ਚੋਰੀ ਬਾਰੇ ਸੁਣਿਆ ਹੋਵੇਗਾ, ਪਰ ਕਦੇ ਸੁਣਿਆ ਹੈ ਕਿ ਕੋਈ ਚਿੱਠੀਆਂ ਪਾਰਸਲ ਚੋਰੀ ਕਰਦਾ ਹੋਵੇ? ਜੀ ਹਾਂ, ਅਜਿਹਾ ਮਾਮਲਾ ਵਾਪਰਿਆ ਹੈ ਕੈਨੇਡਾ ਦੇ ਵਿੱਚ, ਜਿੱਥੇ ਚਿੱਠੀਆਂ ਪਾਰਸਲ ਚੋਰੀ ਕਰਨ ਦੇ ਦੋਸ਼ ਦੇ ਵਿੱਚ 3 ਪੰਜਾਬੀਆਂ ਨੂੰ ਕਾਬੂ ਕੀਤਾ ਗਿਆ। ਇਹ ਨੌਜਵਾਨ ਬ੍ਰੈਂਪਟਨ ਦੇ ਟਾਊਨ ਕੈਲੇਡਨ ਦੇ ਨੇੜਲੇ ਖੇਤਰਾਂ ਦੇ ਵਿੱਚ ਡਾਕ ਡੱਬਿਆਂ ਦੇ ਵਿੱਚੋਂ ਚਿੱਠੀਆਂ ਪਾਰਸਲ ਨੂੰ ਚੋਰੀ ਕਰਦੇ ਸਨ। 4 ਸ਼ੱਕੀਆਂ ਦੇ ਵਿੱਚੋਂ 3 ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਇਹਨਾਂ 3 ਪੰਜਾਬੀਆਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਇੱਕ ਦੀ ਪਹਿਚਾਣ ਨਵਜੋਤ ਸਿੱਧੂ, ਦੂਸਰੇ ਦੀ ਉਦਮਵੀਰ ਅਤੇ ਤੀਸਰੇ ਦੀ ਧਰਮਿੰਦਰ ਗਰੇਵਾਲ ਦੇ ਤੌਰ ਦੇ ਉੱਪਰ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਓਨਟਾਰੀਓ ਪੁਲਿਸ ਨੇ 10 ਫਰਵਰੀ ਨੂੰ ਗ੍ਰਿਫਤਾਰੀ ਕੀਤੀ ਸੀ, ਜਿੱਥੇ ਡਾਕ ਡੱਬਿਆਂ 'ਚੋਂ ਚੋਰੀ ਕੀਤੇ ਜਾਣ ਦੇ ਉੱਪਰ 4 ਜਾਣੇ ਫੜੇ ਗਏ ਸਨ। ਇਹਨਾਂ ਵਿੱਚੋਂ 3 ਦੇ ਉੱਪਰ ਚਾਰਜ ਲਗਾਏ ਗਏ ਹਨ। ਦੱਸ ਦਈਏ ਕਿ 22 ਅਪ੍ਰੈਲ 2021 ਨੂੰ ਇਹਨਾਂ ਦੀ ਕੋਰਟ ਦੇ ਅੰਦਰ ਪੇਸ਼ੀ ਹੋਵੇਗੀ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਡਾਕ ਡੱਬਿਆਂ ਦੇ ਵਿੱਚੋਂ ਚੋਰੀਆਂ ਅਤੇ ਭੰਨਤੋੜ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਜੋ ਹੁਣ ਇਸ ਦੇ ਵਿੱਚ ਦੋਸ਼ੀ ਪਾਏ ਗਏ ਨੇ, ਪੁਲਿਸ ਵੱਲੋਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਦੀ ਅਦਾਲਤ ਦੇ ਵਿੱਚ ਵੀ ਪੇਸ਼ੀ ਹੋਣ ਜਾ ਰਹੀ ਹੈ। ਬ੍ਰੈਂਪਟਨ ਦਾ ਇੱਕ ਅਧਿਆਪਕ ਕੋਵਿਡ-19 ਵੇਰੀਐਂਟ ਦੇ ਨਾਲ ਪੋਜ਼ਿਟਿਵ ਪਾਇਆ ਗਿਆ। ਦਰਅਸਲ ਯੂਕੇ ਕੋਵਿਡ-19 ਵੇਰੀਐਂਟ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ। 2 ਅਧਿਆਪਕਾਂ ਦੇ ਟੈਸਟ ਕੀਤੇ ਗਏ ਸਨ।
ਅਤੇ ਇਸ ਦੇ ਵਿੱਚ ਇੱਕ ਪੋਜ਼ਿਟਿਵ ਪਾਇਆ ਗਿਆ, ਜਾਣੀ ਕਿ ਇੱਕ ਦੇ ਅੰਦਰ ਹੀ ਇਸ ਵਾਇਰਸ ਦੇ ਜਾਣੀ ਨਵੇਂ ਕਰੋਨਾ ਦੇ ਰੂਪ ਦੇ ਸਿੰਪਟਮ ਪਾਏ ਗਏ ਹਨ। ਦੱਸ ਦਈਏ ਕਿ ਇਹ ਟੀਚਰ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਿਹਾ ਸੀ, ਇਸ ਦੇ ਕਰਕੇ ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਬ੍ਰੈਂਪਟਨ ਦਾ ਇੱਕ ਸਕੂਲ ਟੀਚਰ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਨਾਲ ਪੋਜ਼ਿਟਿਵ ਪਾਇਆ ਗਿਆ। ਜੋ ਯੂਕੇ ਦੇ ਵਿੱਚ ਕੋਵਿਡ-19 ਦਾ ਨਵਾਂ ਰੂਪ ਪਾਇਆ ਗਿਆ ਸੀ, ਉਸ ਦੇ ਲੱਛਣ ਇਸ ਟੀਚਰ ਦੇ ਵਿੱਚ ਮਿਲੇ ਹਨ। ਇਹ ਅਧਿਆਪਕ ਬ੍ਰੈਂਪਟਨ ਦੇ ਹਾਈ ਸਕੂਲ ਦੇ ਵਿੱਚ ਪੜ੍ਹਾਉਂਦਾ ਹੈ। ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2 ਅਧਿਆਪਕਾਂ ਦੇ ਵਿੱਚ ਕਰੋਨਾ ਦੇ ਸਿੰਪਟਮਸ ਮਿਲੇ ਹਨ ਅਤੇ ਟੈਸਟ ਮਗਰੋਂ ਇਹ ਪਤਾ ਚੱਲਿਆ ਕਿ ਇੱਕ ਅਧਿਆਪਕ ਦੇ ਵਿੱਚ ਨਵੇਂ ਵੇਰੀਐਂਟ ਦੇ ਸਿੰਪਟਮਸ ਪਾਏ ਗਏ ਨੇ। ਸਕੂਲ ਬੋਰਡ ਦੇ ਟਰਸਟੀ ਨੇ ਦੱਸਿਆ ਕਿ ਇਹ ਅਧਿਆਪਕ ਸੇਂਟ ਰੌਚ ਕੈਥੋਲਿਕ ਸੈਕੰਡਰੀ ਸਕੂਲ ਦੇ ਹਨ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਹਾਂ ਟੀਚਰਸ ਨੇ ਜਿਮ ਦੇ ਵਿੱਚ ਇਕੱਠੇ ਐਕਸਰਸਾਈਜ਼ ਕੀਤੀ ਸੀ। ਕਈ ਵਾਰ ਇਹ ਦੋਵੇਂ ਬਿਨਾਂ ਮਾਸਕ ਦੇ ਵੀ ਦੇਖੇ ਗਏ ਹਨ। ਪੀਲ ਰੀਜਨ ਦੇ ਮੈਡੀਕਲ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਉੱਪਰ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾ ਰਹੇ ਹਨ ਕਿ ਉਹ ਹੋਰ ਕਿੰਨੇ ਕੁ ਲੋਕਾਂ ਦੇ ਸੰਪਰਕ ਦੇ ਵਿੱਚ ਆਏ ਹਨ। ਦੱਸੀਏ ਕਿ ਫਿਲਹਾਲ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੋ ਰਹੀ ਅਤੇ ਬੱਚੇ ਘਰੋਂ ਹੀ ਪੜ੍ਹਾਈ ਕਰ ਰਹੇ ਹਨ। ਇਸ ਕਾਰਨ ਬਾਕੀ ਵਿਦਿਆਰਥੀਆਂ ਦਾ ਬਚਾਅ ਹੋ ਗਿਆ ਹੈ। ਜੇਕਰ ਇਹਨਾਂ ਟੀਚਰਸ ਦੇ ਸੰਪਰਕ ਦੇ ਵਿੱਚ ਸਟੂਡੈਂਟਸ ਆ ਜਾਂਦੇ ਤਾਂ ਵੱਡੀ ਪਰੇਸ਼ਾਨੀ ਖੜੀ ਹੋ ਸਕਦੀ ਸੀ। ਕੈਨੇਡਾ ਸਰਕਾਰ ਨੇ 에ਅਰਪੋਰਟ ਦੇ ਉੱਪਰ ਆਉਣ ਵਾਲੇ ਹਰ ਯਾਤਰੀ ਦੇ ਲਈ ਲਾਜ਼ਮੀ ਕੀਤਾ ਹੈ ਕਿ ਇੱਥੇ ਆਉਣ ਦੇ ਉੱਪਰ ਉਸ ਨੂੰ ਆਪਣਾ ਕਰੋਨਾ ਨੈਗੇਟਿਵ PCR ਟੈਸਟ ਦਿਖਾਉਣਾ ਪਵੇਗਾ। ਪਰ ਟੋਰਾਂਟੋ ਦੇ 에ਅਰਪੋਰਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਆਪਣੀ ਨਕਲੀ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਈ ਹੈ। ਜਦੋਂ ਅਧਿਕਾਰੀਆਂ ਨੂੰ ਪਤਾ ਚੱਲਿਆ ਤੇ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ। ਟੋਰਾਂਟੋ 에ਅਰਪੋਰਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਅਕਤੀ ਨੇ ਨਕਲੀ ਰਿਪੋਰਟ ਦਿਖਾਈ। ਇਸ ਤੋਂ ਬਾਅਦ ਅਜਿਹਾ ਕਰਨ ਦੇ ਉੱਪਰ ਵਿਅਕਤੀ ਨੂੰ 에ਅਰਪੋਰਟ ਤੋਂ ਕਾਬੂ ਕੀਤਾ ਗਿਆ। ਇਹ ਮਾਮਲਾ ਪਿਅਰਸਨ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ ਯਾਤਰੀ ਨੂੰ ਝੂਠੀ ਕਰੋਨਾ ਰਿਪੋਰਟ ਦਿਖਾਉਣ ਦੇ ਉੱਪਰ ਫੜਿਆ ਹੈ। ਪੁਲਿਸ ਨੇ ਦੱਸਿਆ ਕਿ 8 ਫਰਵਰੀ ਸ਼ਾਮ ਨੂੰ ਇਹ ਵਿਅਕਤੀ ਝੂਠੀ ਰਿਪੋਰਟ ਦਿਖਾ ਕੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਜਾਂਚ ਅਧਿਕਾਰੀਆਂ ਨੇ ਦੇਖਿਆ ਕਿ ਵਿਅਕਤੀ ਵੱਲੋਂ ਦਿੱਤੀ ਗਈ ਨੈਗੇਟਿਵ ਕਰੋਨਾ ਰਿਪੋਰਟ ਨਕਲੀ ਹੈ। ਝੂਠ ਬੋਲਣ ਦੇ ਦੋਸ਼ ਦੇ ਵਿੱਚ ਓਨਟਾਰੀਓ ਦੇ ਰਹਿਣ ਵਾਲੇ 29 ਸਾਲ ਦੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਪ੍ਰੈਲ ਮਹੀਨੇ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਵੀ ਕਿਹਾ ਗਿਆ ਹੈ। ਫਿਲਹਾਲ ਇਸ ਵਿਅਕਤੀ ਨੂੰ 14 ਦਿਨਾਂ ਦੇ ਲਈ ਹੋਟਲ ਦੇ ਵਿੱਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਕਾਰਨ ਕੈਨੇਡਾ ਨੇ ਟਰੈਵਲ ਦੇ ਉੱਪਰ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਲਗਾਈਆਂ, ਜਿੱਥੇ ਕੈਨੇਡਾ ਵੱਲੋਂ ਇਹ ਲਾਜ਼ਮੀ ਕੀਤਾ ਗਿਆ ਹੈ ਕਿ 에ਅਰਪੋਰਟ ਦੇ ਉੱਪਰ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੀ ਕੋਵਿਡ-19 PCR ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਕਿਉਂਕਿ ਕਰੋਨਾ ਵਾਇਰਸ ਲਗਾਤਾਰ ਫੈਲਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਕੋਵਿਡ-19 ਦਾ ਨਵਾਂ ਰੂਪ ਵੀ ਸਾਹਮਣੇ ਆਇਆ, ਕੈਨੇਡਾ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦਾ। ਕਰੋਨਾ ਦੇ ਫੈਲਾਅ ਨੂੰ ਰੋਕਣ ਦੇ ਵਾਸਤੇ ਸਰਕਾਰ ਵੱਲੋਂ ਇਹ ਕਦਮ ਚੁੱਕੇ ਗਏ ਹਨ, ਪਰ ਲੋਕ ਸਰਕਾਰ ਦਾ ਸਾਥ ਨਹੀਂ ਦੇ ਰਹੇ ਤੇ ਇਸ ਤਰ੍ਹਾਂ ਦੀਆਂ ਝੂਠੀਆਂ ਰਿਪੋਰਟਾਂ ਦਿਖਾ ਕੇ ਹੋਰਾਂ ਦੇ ਲਈ ਵੀ ਪਰੇਸ਼ਾਨੀ ਖੜੀ ਕਰਦੇ ਨਜ਼ਰ ਆ ਰਹੇ ਹਨ। 2020 ਦੇ ਵਿੱਚ ਕੈਨੇਡਾ ਨੇ 1,84,000 ਦੇ ਕਰੀਬ ਇਮੀਗ੍ਰੈਂਟਸ ਦਾ ਸਵਾਗਤ ਕੀਤਾ। ਜੋ ਟੀਚਾ ਮਿੱਥਿਆ ਗਿਆ ਸੀ ਉਹ ਪੂਰਾ ਨਹੀਂ ਹੋ ਸਕਿਆ। ਇਸ ਦਾ ਕਾਰਨ ਕੋਵਿਡ-19 ਵਾਇਰਸ ਦੇ ਕਰਕੇ ਜੋ ਕੈਨੇਡਾ ਅੰਦਰ ਟਰੈਵਲ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਉਹ ਦੱਸਿਆ ਗਿਆ ਹੈ। ਦੱਸ ਦਈਏ ਕਿ ਹੁਣ ਟੀਚਾ ਰੱਖਿਆ ਗਿਆ ਕਿ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਕੈਨੇਡਾ ਦੇ ਅੰਦਰ ਸਵਾਗਤ ਕੀਤਾ ਜਾਵੇ ਤੇ ਹੁਣ ਅਰਜ਼ੀਆਂ ਜਿਹੜੀਆਂ ਨੇ ਵੱਖ-ਵੱਖ ਪ੍ਰੋਗਰਾਮਸ ਦੇ ਤਹਿਤ ਉਹਨਾਂ ਨੂੰ ਵੀ ਮਨਜ਼ੂਰ ਕੀਤਾ ਜਾ ਰਿਹਾ ਹੈ ਤਾਂ ਕਿ ਕੈਨੇਡਾ ਆਪਣਾ ਇਮੀਗ੍ਰੇਸ਼ਨ ਦਾ ਜੋ ਪੱਧਰ ਹੇਠਾਂ ਡਿੱਗਿਆ ਉਸ ਨੂੰ ਪੂਰਾ ਕਰ ਸਕੇ। ਨਾਲ ਹੀ ਇਹ ਵੀ ਦੱਸ ਦਈਏ ਕਿ 1998 ਤੋਂ ਲੈ ਕੇ ਹੁਣ ਤੱਕ ਦਾ ਇਹ ਸਭ ਤੋਂ ਘੱਟ ਇਮੀਗ੍ਰੇਸ਼ਨ ਦਾ ਪੱਧਰ ਹੈ। 2020 ਦੇ ਵਿੱਚ ਕੈਨੇਡਾ ਅੰਦਰ 1,84,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ। 1998 ਤੋਂ ਇਹ ਹੁਣ ਤੱਕ ਦਾ ਸਭ ਤੋਂ ਘੱਟ ਇਮੀਗ੍ਰੇਸ਼ਨ ਸੀ। ਇਹ ਅੰਕੜਾ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਜੋ ਇਮੀਗ੍ਰੇਸ਼ਨ ਦੇ ਵਿੱਚ ਗਿਰਾਵਟ ਹੋਈ ਹੈ ਇਸ ਦਾ ਕਾਰਨ ਕੋਵਿਡ-19 ਪੈਂਡੈਮਿਕ ਹੈ। 1998 ਦੇ ਵਿੱਚ ਕੈਨੇਡਾ ਅੰਦਰ 1,74,000 ਇਮੀਗ੍ਰੈਂਟਸ ਆਏ ਸਨ। ਮਾਰਚ 2020 ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡਿਸਿਨੋ ਨੇ ਅਨਾਉਂਸ ਕੀਤਾ ਸੀ ਕਿ ਕੈਨੇਡਾ 3,41,000 ਦਾ ਸਵਾਗਤ ਕਰੇਗਾ। ਇਸ ਤੋਂ ਕੁਝ ਹੀ ਦਿਨਾਂ ਦੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਕਰਕੇ ਕੈਨੇਡਾ ਨੂੰ ਮਜਬੂਰਨ ਟਰੈਵਲ ਰੈਸਟ੍ਰਿਕਸ਼ਨਸ ਲਗਾਉਣੀਆਂ ਪੈਣਗੀਆਂ। ਜੋ ਡਾਟਾ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਕੋਵਿਡ ਦੇ ਕਾਰਨ ਪਾਬੰਦੀਆਂ ਜੋ ਲਗਾਈਆਂ ਗਈਆਂ ਤਾਂ ਹੀ ਗਿਰਾਵਟ ਦੇਖੀ ਗਈ ਹੈ। ਕੈਨੇਡਾ ਵੱਲੋਂ ਹੁਣ ਮੁੜ ਤੋਂ ਅਰਜ਼ੀਆਂ ਮਨਜ਼ੂਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਇਮੀਗ੍ਰੇਸ਼ਨ ਰਿਕਵਰੀ ਕੀਤੀ ਜਾ ਸਕੇ।
ਦੱਸ ਦਈਏ ਕਿ ਕੈਨੇਡਾ ਵੱਲੋਂ 2021 ਤੋਂ 2023 ਤੱਕ ਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਸਾਲਾਨਾ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਆਪਣਾ ਇਹ ਟਾਰਗੇਟ ਪੂਰਾ ਕਰ ਸਕੇਗਾ ਤੇ ਕਿਵੇਂ ਕਰੇਗਾ। ਐਕਸਪ੍ਰੈਸ ਐਂਟਰੀ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 654 ਦੇ ਕਰੀਬ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਬਾਕੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਅੰਦਰ। ਕੈਨੇਡਾ ਵੱਲੋਂ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 654 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ PR ਵਾਸਤੇ ਅਪਲਾਈ ਕਰਨ ਲਈ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਫਰਵਰੀ 10, 2021 ਨੂੰ ਕੱਢਿਆ ਗਿਆ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦੇ ਘੱਟੋ-ਘੱਟ ਸਕੋਰ 720 ਸੀ। ਇਸ ਵਾਰ ਦੇ ਡਰਾਅ ਦੇ ਵਿੱਚ ਪਿਛਲੇ PNP ਸਪੈਸੀਫਿਕ ਰਾਉਂਡ ਦੇ ਨਾਲੋਂ CRS ਸਕੋਰ 21 ਪੁਆਇੰਟ ਘੱਟ ਰਹੇ। ਦੱਸ ਦਈਏ ਕਿ ਐਕਸਪ੍ਰੈਸ ਐਂਟਰੀ ਕੈਨੇਡਾ ਦਾ 3 ਇਮੀਗ੍ਰੇਸ਼ਨ ਪ੍ਰੋਗਰਾਮ ਦੇ ਲਈ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਪ੍ਰੋਗਰਾਮ ਹਨ: ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਉਮੀਦਵਾਰਾਂ ਨੂੰ CRS ਬੇਸਡ ਸਕੋਰ ਦਿੱਤੇ ਜਾਂਦੇ ਹਨ। ਇਹ ਪੁਆਇੰਟਸ ਉਮੀਦਵਾਰ ਦੀ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਅਤੇ ਲੈਂਗੁਏਜ ਐਬਿਲਿਟੀ ਦੇ ਆਧਾਰਿਤ ਹੁੰਦੇ ਹਨ। ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਕਿਸੇ ਐਕਸਪੀਰੀਅੰਸ ਜਾਂ ਫਿਰ ਜੌਬ ਆਫਰ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਸ ਦੇ ਨਾਲ ਐਕਸਟਰਾ ਪੁਆਇੰਟਸ ਉਮੀਦਵਾਰ ਨੂੰ ਦਿੱਤੇ ਜਾਂਦੇ ਹਨ। ਜਿਹੜੇ ਵੀ ਵੱਧ ਸਕੋਰਿੰਗ ਕੈਂਡੀਡੇਟਸ ਹੁੰਦੇ ਹਨ, ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਦਿੱਤਾ ਜਾਂਦਾ ਹੈ। IRCC ਵੱਲੋਂ 4 ਪ੍ਰੋਗਰਾਮਸ ਦੇ ਤਹਿਤ 10,654 ਸੱਦੇ ਜਾਰੀ ਕੀਤੇ ਜਾ ਚੁੱਕੇ ਹਨ। ਓਨਟਾਰੀਓ ਵੱਲੋਂ ਮਾਰਚ ਬ੍ਰੇਕ ਜਾਣੀ ਕਿ ਛੁੱਟੀਆਂ ਦੇ ਬਾਰੇ ਵਿੱਚ ਐਲਾਨ ਕੀਤਾ ਗਿਆ ਹੈ। ਇਹਨਾਂ ਛੁੱਟੀਆਂ ਨੂੰ ਅੱਗੇ ਲਈ ਮੁਲਤਵੀ ਜਾਣੀ ਕਿ ਪੋਸਟਪੋਨ ਕਰ ਦਿੱਤਾ ਗਿਆ ਹੈ। ਐਜੂਕੇਸ਼ਨ ਮੰਤਰੀ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਬੱਚਿਆਂ ਨੂੰ COVID-19 ਵਾਇਰਸ ਤੋਂ ਸੁਰੱਖਿਅਤ ਰੱਖਿਆ ਜਾਵੇ। ਇਸ ਦੇ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੈ। ਓਨਟਾਰੀਓ ਅੰਦਰ ਮਾਰਚ ਬ੍ਰੇਕ ਨੂੰ ਮੱਧ ਅਪ੍ਰੈਲ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਐਜੂਕੇਸ਼ਨ ਮੰਤਰੀ ਨੇ ਸਾਂਝੀ ਕੀਤੀ ਹੈ। ਤਾਂ ਕਿ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਿਆ ਜਾਵੇ, ਇਹ ਕਦਮ ਚੁੱਕਿਆ ਗਿਆ ਹੈ। ਦੱਸੀਏ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਸਟੂਡੈਂਟਸ ਇਨ ਪਰਸਨ ਕਲਾਸਾਂ ਅਟੈਂਡ ਕਰ ਰਹੇ ਹਨ ਅਤੇ ਹੁਣ ਜੋ ਮਾਰਚ ਬ੍ਰੇਕ ਬਾਰੇ ਅਪਡੇਟ ਐਜੂਕੇਸ਼ਨ ਮੰਤਰੀ ਵੱਲੋਂ ਸਾਂਝੀ ਕੀਤੀ ਜਾਣੀ ਸੀ, ਉਸ ਦੇ ਉੱਪਰ ਉਹਨਾਂ ਨੇ ਦੱਸ ਦਿੱਤਾ ਹੈ ਕਿ ਇਸ ਨੂੰ ਅਪ੍ਰੈਲ ਮੱਧ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ। Now, to support our collective fight against COVID-19 and on the best advice made to us from medical experts, Ontario is postponing March break until the week of April 12th. This decision was made on that advice from public health officials, including the province's Chief Medical Officer of Health and many local medical officers of health as well. At this time, it is critical that we continue to prioritize the health and safety of students, staff, and their families so that we can continue with the safe return to in-person learning. Postponing March break, not cancelling it, is an important way that schools can help to limit community transmission. We recognize that congregation is a key driver of the spread of COVID-19, something we realized over the winter break, and we will not take that risk again with your child, with our staff, with Ontario families. The decision is all more important as we move to protect our communities from the emerging variants of this disease. I recognize that this is one more change in a year that has been challenging for so many students and our education staff who continue to work so hard. But is one made on the best advice of public health officials to keep them safe and to keep our schools open in this province. It is of the utmost importance that we do not travel at this time, especially as we lead into the month of March. This postponement also limits any further disruption to students as they could return to in-person learning during a time that has been challenging. As Ontario's Chief Medical Officer of Health has said, our schools have remained safe for kids, and this move is intended to keep them that way. We have been able to successfully reopen schools and protect them from COVID-19 because we have listened to experts and added additional layers of protection with new safety measures. These measures include mandatory masking from students in grade 1 to 3 and a better quality mask for Ontario students, province-wide access to asymptomatic testing for students and staff, as well as enhanced screening for students and staff before they enter the school, along with very clear guidelines prohibiting a congregation before and after school for students and for staff. The decision to postpone March break has not been an easy one, but necessary to keep Ontario families safe from this variant. Nothing matters more
that the health and safety of Ontario students, and we will continue to act in their best interest and follow the best expert advice to protect our kids and our province. Thank you. ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।